Hello students, myself Dr. Amit Juneja, lecturer economics, Shahid Balwinder Singh, Government Senior Secondary, Smart School, Sabuana, District Fazilka. And I welcome you all in this lecture of economics ਤਾਂ ਜਿੰਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ ਕੁੱਲ ਮੰਗ ਕੁੱਲ ਪੂਰਤੀ ਵਿਧੀ ਦੇ ਦੁਆਰਾ ਅਰਥ ਵਿਵਸਥਾ ਦੇ ਵਿੱਚ ਸੰਤੁਲਨ ਪੱਧਰ ਦਾ ਨਿਰਧਾਰਨ ਤੇ ਜਿਹੜੀ ਆਪਾਂ ਕੁੱਲ ਮੰਗ ਤੇ ਕੁੱਲ ਪੂਰਤੀ ਵਿਧੀ ਲੈ ਰਹੇ ਹਾਂ ਉਹ ਆਪਾਂ ਕਿੰਦੀ ਲੈ ਰਹੇ ਹਾਂ ਉਹ ਆਪਾਂ ਲੈ ਰਹੇ ਹਾਂ ਕੇਨਸ ਦੀ ਤਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਆਪਾਂ ਇੱਕ ਕੁੱਲ ਮੰਗ ਵਕਰ ਬਣਾਈ ਨੰਬਰ 2 ਆਪਾਂ ਇੱਕ ਕੁੱਲ ਪੂਰਤੀ ਵਕਰ ਬਣਾਈ ਅੱਜ ਆਪਣਾ ਕੰਮ ਇਹ ਹੈ ਕਿ ਆਪਾਂ ਉਹਨਾਂ ਦੋਹਾਂ ਵਕਰਾਂ ਨੂੰ ਜਿਹੜਾ ਹੈ ਉਹ ਇੱਕੋ ਡਾਇਗਰਾਮ ਦੇ ਵਿੱਚ ਬਣਾਉਣਾ ਹੈ ਫਿਰ ਇਹ ਪਤਾ ਲਗਾਉਣਾ ਹੈ ਕਿ ਸੰਤੁਲਨ ਜਿਹੜਾ ਹੈ ਉਹ ਕਿੱਥੇ ਆਏਗਾ ਤਾਂ ਆਪਾਂ ਸਭ ਤੋਂ ਪਹਿਲਾਂ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇੱਧਰ x ਐਕਸਿਸ ਤੇ ਉਵੇਂ ਹੀ ਆਮਦਨ उत्पादन रोजगार ते कुल पूर्ति जो मर्जी ले लो कोई फर्क नहीं पैंदा सब सेम चीज़ां ने ਤਾਂ y एक्सिस ਤੇ ਕੀ ਲੈ ਲਾਂਗੇ ਆਪਾਂ ਕੁੱਲ ਮੰਗ ਜਿਹੜੀ ਹੈ ਉਹ ਲੈ ਲਾਂਗੇ ਆ y एक्सिस हो गया x एक्सिस हो गया ਹੁਣ ਕੁੱਲ ਮੰਗ ਬਣਾਣੀ ਹੈ ਤਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਨਿਵੇਸ਼ ਵਕਰ ਬਣਾਵਾਂਗੇ i ਫਿਰ ਕੀ ਕਰਾਂਗੇ ਇੱਕ ਆਪਾਂ ਉਪਭੋਗ ਵਕਰ ਬਣਾਵਾਂਗੇ ਫਿਰ ਉਪਭੋਗ ਤੇ ਨਿਵੇਸ਼ ਨੂੰ ਜੋੜ ਕੇ ਆਪਾਂ ਕੀ ਕਰਾਂਗੇ ਇੱਕ ਕੁੱਲ ਮੰਗ ਵਕਰ ਜਿਹੜੀ ਹੈ ਉਹ ਬਣਾ ਲਾਂਗੇ ਤਾਂ ਆਪਣੀ ਕੁੱਲ ਮੰਗ ਵਕਰ ਜਿਹੜੀ ਹੈ वो बन जाएगी ਜਿਹੜੀ ਕਿੰਦੇ ਬਰਾਬਰ ਹੋਏਗੀ ਉਪਭੋਗ ਜਮਾ ਨਿਵੇਸ਼ ਦੇ ਬਰਾਬਰ ਹੋਏਗੀ ਹੁਣ ਇਹ ਜਿਹੜੀ ਡਾਇਗਰਾਮ ਮੈਂ ਬਣਾ ਰਿਹਾ ਉਹ ਮੈਂ ਬਿਨਾ ਪੁਆਇੰਟਸ ਲੈ ਬਣਾ ਰਿਹਾ ਕਿਉਂ ਬਣਾ ਰਿਹਾ ਕਿਉਂਕਿ ਦੇਖੋ ਦੋ ਪੋਸਿਬਿਲਿਟੀਆਂ ਹੋ ਸਕਦੀਆਂ ਨੇ ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਹੈ ਤਾਂ ਹੁਣ ਤੁਸੀਂ ਆਪਣੇ ਟਾਈਮ ਨੂੰ ਕੈਲਕੂਲੇਟ ਕਰਨਾ ਹੈ ਜੇ ਤਾਂ ਤੁਹਾਡੇ ਕੋਲ ਟਾਈਮ ਹੈਗਾ ਫਿਰ ਤਾਂ ਤੁਸੀਂ ਕੀ ਕਰੋ ਪ੍ਰੋਪਰ ਉਵੇਂ ਹੀ ਟੇਬਲ ਬਣਾਓ ਟੇਬਲ ਬਣਾ ਕੇ ਉਵੇਂ ਪੁਆਇੰਟਸ ਲਓ ਪੁਆਇੰਟਸ ਲੈ ਕੇ ਆਪਣੀ ਡਾਇਗਰਾਮ ਜਿਹੜੀ ਹੈ ਉਹ ਬਣਾਓ ਪਰ ਜੇਕਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਅਗਰ ਸਪੋਜ਼ ਕਰੋ ਕਿ ਤੁਹਾਡੇ ਕੋਲ ਟਾਈਮ ਘੱਟ ਰਹਿ ਗਿਆ ਹੁਣ ਤੁਸੀਂ ਉਹ ਪੁਆਇੰਟਸ ਲੈ ਕੇ ਬਣਾਉਣ ਲੱਗ ਪਏ ਤਾਂ ਇੰਨਾ ਤਾਂ ਤੁਹਾਡੇ ਕੋਲ ਟਾਈਮ ਹੀ ਨਹੀਂ ਹੈਗਾ ਫਿਰ ਆਪਣੇ ਕੋਲ ਕੀ ਹੋਣਾ ਚਾਹੀਦਾ ਹੈ ਇੰਨੀ ਆਪਣੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਕਿ ਅਗਰ ਆਪਾਂ ਨੂੰ ਬਿਨਾ ਪੁਆਇੰਟਸ ਤੋਂ ਵੀ ਜਿਹੜਾ ਹੈ ਉਹ ਕੁਐਸਚਨ ਸੋਲਵ ਕਰਨਾ ਪਵੇ ਤਾਂ ਆਪਾਂ ਬਿਨਾ ਪੁਆਇੰਟ ਤੋਂ ਵੀ ਜਿਹੜਾ ਹੈ ਉਹ ਆਪਾਂ ਡਾਇਗਰਾਮ ਬਣਾ ਸਕੀਏ ਤਾਂ ਕਿਵੇਂ ਬਣੇਗੀ ਦੇਖੋ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਨਿਵੇਸ਼ ਵਕਰ ਬਣਾਵਾਂਗੇ ਹੁਣ ਆਪਾਂ ਨੂੰ ਪਤਾ ਹੈ ਕਿ ਨਿਵੇਸ਼ ਜਿਹੜਾ ਹੈ ਉਹ ਤਾਂ ਕਿਹੜਾ ਹੈ स्वचालित निवेश है ਉਹਨੇ ਤਾਂ ਆਮਦਨ ਉਤਪਾਦਨ ਰੋਜ਼ਗਾਰ ਕੁੱਲ ਪੂਰਤੀ ਇਹਦੇ ਤੇ ਨਿਰਭਰ ਕਰਨਾ ਨਹੀਂ ਹੈ ਉਹ ਤਾਂ ਸਿੱਧਾ ਜਾਏਗਾ ਜਿਹੜੀ ਆਪਣੀ ਉਪਭੋਗ ਵਕਰ ਹੈ ਉਹ ਵੀ ਸਿੱਧੀ ਜਾਏਗੀ ਕਿਉਂ ਜਾਏਗੀ ਕਿਉਂਕਿ ਦੇਖੋ ਇਹਦੀ ਢਲਾਨ ਬਿਲਕੁਲ ਸਿੱਧੀ ਹੈ ਕਿਉਂ ਸਿੱਧੀ ਹੈ ਕਿਉਂਕਿ ਆਪਾਂ ਕਿਹਾ ਸੀ ਕਿ ਜਿਹੜੀ ਉਪਭੋਗ ਵਕਰ ਦੀ ਢਲਾਨ ਹੁੰਦੀ ਹੈ ਉਹ ਕਿੰਦੇ ਬਰਾਬਰ ਹੁੰਦੀ ਹੈ ਸੀਮਾਂਤ ਉਪਭੋਗ ਪ੍ਰਵਰਤੀ ਦੇ ਬਰਾਬਰ ਜਗ੍ਹਾ ਉਹ ਹੁੰਦੀ ਹੈ ਪਰ ਮੈਂ ਜਦੋਂ ਪਿੱਛੇ ਟੇਬਲ ਬਣਾਇਆ ਸੀ ਆਪਣੇ ਲਾਸਟ ਲੈਕਚਰ ਦੇ ਵਿੱਚ ਮੈਂ ਸੀਮਾਂਤ ਉਪਭੋਗ ਪ੍ਰਵਰਤੀ ਨੂੰ 0.5 ਤੇ ਸਥਿਰ ਮੰਨ ਲਿਆ ਸੀ मतलब सीमांत उपभोग प्रवृत्ति की है स्थिर है ये सीमांत उपभोग प्रवृत्ति स्थिर है तो क्योंकि सीमांत उपभोग प्रवृत्ति उपभोग वक्र की ढलान है तो ढलान भी की होगी स्थिर होगी मतलब बिल्कुल सिद्ध जाएगी हम n ਤੇ n ਨੂੰ ਜੋੜਤਾ ਤਾਂ ਕੀ ਬਣ ਜਾਣਾ ਆਪਣੀ ਕੁੱਲ ਮੰਗ ਵਕਰ ਜਿਹੜੀ ਹੈ ਉਹ ਬਣ ਜਾਣੀ ਹੈ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਅਗਲੀ ਡਾਇਗਰਾਮ ਦੇ ਵਿੱਚ ਕੀ ਕਰਦੇ ਆ ਕੁੱਲ ਪੂਰਤੀ ਵਕਰ ਬਣਾ ਲੈਂਦੇ ਆ ਤਾਂ ਕੁੱਲ ਪੂਰਤੀ ਵਕਰ ਕਿਵੇਂ ਬਣਾਣੀ ਹੈ ਐਵੇਂ ਹੀ ਇੱਧਰ ਕੀ ਕਰਾਂਗੇ ਆਮਦਨ ਇੱਧਰ ਕੀ ਹੋਏਗਾ ਉਤਪਾਦਨ ਜਾਂ ਕੀ ਹੋਏਗਾ ਰੋਜ਼ਗਾਰ ਜਾਂ ਕੀ ਹੋਏਗਾ कुल पूर्ति ये आप इधर ले लांगे ठीक है इधर आप हम की लेना है इधर आप कुल मंग ही लेनी है क्यों लेनी है क्योंकि केंद्र कहते सी बिजली कुल पूर्ति है वो की है वो पूर्ण लोचदार है मतलब जितनी कुल मंग बढ़ेगी उतनी ही कुल पूर्ति भी की होएगा बढ़ेगी ऐसा मतलब मैं कुल पूर्ति कितनी करनी है उनके वास्ते मैंने पता तो होना चाहिए कि कितनी कुल मंग है क्योंकि जितनी कुल मंग होएगी ओनी ही कुल पूर्ति होएगी ताकि होएगा शुरुआत ਦੇ ਵਿੱਚ ਆਪਾਂ ਕਿਉਂਕਿ ਕੁੱਲ ਪੂਰਤੀ ਤੇ ਆਮਦਨ ਇੱਕੋ ਹੀ ਹੁੰਦਾ ਹੈ ਤੇ ਜੋ ਆਪਾਂ ਟੇਬਲ ਬਣਾਇਆ ਸੀ ਉਹਦੇ ਵਿੱਚ ਆਪਾਂ ਕੁੱਲ ਆਮਦਨ ਕਿੰਨੀ ਲੈ ਕੇ ਚੱਲ ਰਹੇ ਸੀ ਬਿਲਕੁਲ ਸ਼ੁਰੂ ਦੇ ਵਿੱਚ 0 ਤਾਂ ਸ਼ੁਰੂਆਤ ਕਿੱਥੇ ਕਰਾਂਗੇ 0 ਤੇ ਨੰਬਰ 2 ਆਪਾਂ ਕਿਹਾ ਵੀ ਜਿੰਨੀ ਕੁੱਲ ਮੰਗ ਵਧੇਗੀ ਉਨੀ ਹੀ ਕੁੱਲ ਪੂਰਤੀ ਵਧੇਗੀ मतलब जितना ਆਪਾਂ y एक्सिस वाले पासे जावांगे उतना ही ਆਪਾਂ x एक्सिस वाले पासे जावांगे यानी आ दोनों बराबर जाने चाहिए ने
ਤਾਂ ਬਰਾਬਰ ਜਾਣੇ ਚਾਹੀਦੇ ਨੇ। ਤਾਂ ਆ ਕਿੰਨੇ ਡਿਗਰੀ ਦਾ ਕੋਣ ਹੈ 90 ਡਿਗਰੀ ਦਾ। ਹੁਣ ਜਿੰਨਾ ਇੱਧਰ ਜਾਣਾ ਹੈ ਉਨਾ ਹੀ ਇੱਧਰ ਜਾਣਾ ਹੈ। ਇਹਦਾ ਮਤਲਬ ਜਿਹੜੀ ਵਕਰ ਬਣੇਗੀ ਕਿੰਨੇ ਤੇ ਬਣੇਗੀ 45 ਡਿਗਰੀ ਤੇ। ਤਾਂ ਜਿਹੜੀ ਤੁਹਾਡੀ ਕੁੱਲ ਪੂਰਤੀ ਵਕਰ ਹੈ ਉਹ ਕੀ ਹੋਣਾ ਚਾਹੀਦਾ ਹੈ 45 ਡਿਗਰੀ ਤੇ ਜਿਹੜਾ ਹੈ ਉਹ ਉੱਪਰ ਜਾਣੀ ਚਾਹੀਦੀ ਹੈ। ਇਹਦਾ ਮਤਲਬ ਕੀ ਹੋਇਆ ਵੀ ਜਿੰਨੀ ਕੁੱਲ ਮੰਗ ਵੱਧ ਰਹੀ ਹੈ ਉਨੀ ਹੀ ਕੁੱਲ ਪੂਰਤੀ ਵੀ ਜਿਹੜੀ ਹੈ ਉਹ ਵੱਧ ਰਹੀ ਹੈ। ਫਿਰ ਕੀ ਹੋਏਗਾ ਅਰਥ ਵਿਵਸਥਾ ਦੇ ਵਿੱਚ ਪੂਰਨ ਰੋਜ਼ਗਾਰ ਆ ਜਾਏਗਾ। ਜੇ ਪੂਰਨ ਰੋਜ਼ਗਾਰ ਆਏਗਾ ਉਸ ਤੋਂ ਬਾਅਦ ਜਿਹੜੀ ਕੁੱਲ ਪੂਰਤੀ ਵਕਰ ਹੈ ਇਹ ਉੱਪਰ ਨਹੀਂ ਜਾ ਪਾਏਗੀ ਕਿਉਂਕਿ ਆਲਰੇਡੀ ਪੂਰਨ ਰੋਜ਼ਗਾਰ ਆ ਗਿਆ। ਜਿੰਨੇ ਆਪਣੇ ਕੋਲ ਉਤਪਾਦਨ ਦੇ ਸਾਧਨ ਸੀ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨਾਂ ਨੂੰ ਕੰਮ ਦੇਤਾ ਮਤਲਬ ਰੋਜ਼ਗਾਰ ਫਿਕਸ ਤਾਂ ਉਤਪਾਦਨ ਫਿਕਸ ਤਾਂ ਕੁੱਲ ਪੂਰਤੀ ਵੀ ਫਿਕਸ। ਇੱਥੇ ਆ ਕੇ ਕੀ ਹੋਏਗਾ ਜਿਹੜੀ ਆਪਣੀ ਕੁੱਲ ਪੂਰਤੀ ਹੈ ਉਹ ਕੀ ਹੋਏਗੀ ਉਹ ਬਿਲਕੁਲ ਸਥਿਰ ਹੋ ਜਾਏਗੀ। ਇਸ ਤੋਂ ਬਾਅਦ ਆਪਣੇ ਕੋਲ ਅੱਗੇ ਕੁੱਲ ਪੂਰਤੀ ਨੂੰ ਵਧਾਣਾ ਜਿਹੜਾ ਹੈ ਉਹ ਪੋਸੀਬਲ ਨਹੀਂ ਹੋਏਗਾ। ਮਤਲਬ ਆਪਣੇ ਕੋਲ ਅਰਥ ਵਿਵਸਥਾ ਦੇ ਵਿੱਚ ON ਲੋਕ ਹੈਗੇ ਸੀ ਕੰਮ ਕਰਨ ਵਾਲੇ। ਆਪਾਂ ਸਾਰੇ ਦੇ ਸਾਰੇ ON ਦੇ ON ਉਤਪਾਦਨ ਦੇ ਸਾਧਨਾਂ ਨੂੰ ਕੰਮ ਦੇਤਾ। ਜਿੰਨੀ ਦੇਰ ਤੱਕ ਆਪਾਂ ਇਹ ਰੋਜ਼ਗਾਰ ਵਧਾ ਰਹੇ ਸੀ ਤਾਂ ਕੁੱਲ ਪੂਰਤੀ ਕੀ ਹੋ ਰਹੀ ਸੀ ਵੱਧ ਰਹੀ ਸੀ। ਇੱਥੇ ਰੋਜ਼ਗਾਰ ਕੀ ਹੋ ਗਿਆ ਫਿਕਸ ਹੋ ਗਿਆ। ਇੱਥੇ ਪੂਰਤੀ ਵੀ ਕੀ ਹੋ ਜਾਏਗਾ ਫਿਕਸ ਹੋ ਜਾਏਗੀ। ਯਾਨੀ ਕੀ ਕਰਨਾ ਹੈ ਕੁੱਲ ਪੂਰਤੀ ਨੂੰ ਬਣਾਉਣ ਲੱਗਿਆ ਦੋ ਚੀਜ਼ਾਂ ਦਾ ਧਿਆਨ ਦੇਣਾ ਹੈ। ਪਹਿਲਾ ਕਿ ਕੁੱਲ ਪੂਰਤੀ ਵਕਰ ਜਿਹੜੀ ਹੈ ਉਹ 45 ਡਿਗਰੀ ਤੇ ਬਣਾਣੀ ਹੈ। ਫਿਰ ਇੱਕ ਲੈਵਲ ਤੇ ਜਾ ਕੇ ਜਦੋਂ ਤੁਹਾਨੂੰ ਲੱਗੇ ਵੀ ਸਾਡੇ ਜਿੰਨੇ ਵੀ ਉਤਪਾਦਨ ਦੇ ਸਾਧਨ ਸੀ ਸਾਰਿਆਂ ਨੂੰ ਕੰਮ ਮਿਲ ਗਿਆ ਪੂਰਨ ਰੋਜ਼ਗਾਰ ਆ ਗਿਆ ਤਾਂ ਕੀ ਹੋਏਗਾ ਉਸ ਤੋਂ ਬਾਅਦ ਜਾ ਕੇ ਕੁੱਲ ਪੂਰਤੀ ਨੂੰ ਜਿਹੜਾ ਹੈ ਉਹ ਸਥਿਰ ਕਰ ਦੇਣਾ ਹੈ। ਤਾਂ ਇੱਥੇ ਜਾ ਕੇ ਕੁੱਲ ਪੂਰਤੀ ਜਿਹੜੀ ਹੈ ਉਹ ਸਥਿਰ ਹੋ ਜਾਏਗੀ। ਤਾਂ ਬਣ ਗਈ ਆਪਣੀ ਕੁੱਲ ਪੂਰਤੀ ਵਕਰ। ਹੁਣ ਆਪਾਂ ਕੀ ਕਰਨਾ ਹੈ ਹੁਣ ਇਹਨਾਂ ਦੋਨਾਂ ਨੂੰ ਆਪਾਂ ਇੱਕੋ ਡਾਇਗਰਾਮ ਦੇ ਵਿੱਚ ਬਣਾਉਣਾ ਹੈ। ਤਾਂ ਹੁਣ ਆਪਾਂ ਦੋਨਾਂ ਨੂੰ ਇੱਕੋ ਡਾਇਗਰਾਮ ਦੇ ਵਿੱਚ ਬਣਾ ਲੈਂਦੇ ਆ। ਤਾਂ ਹੁਣ ਆਪਾਂ ਇਹਨਾਂ ਨੂੰ ਅਗਰ ਇੱਕੋ ਡਾਇਗਰਾਮ ਵਿੱਚ ਬਣਾਵਾਂਗੇ ਤਾਂ ਇੱਥੇ ਉਵੇਂ ਹੀ ਆਮਦਨ ਲਾਂਗੇ ਉਸ ਤੋਂ ਬਾਅਦ ਉਤਪਾਦਨ ਲਾਂਗੇ ਉਸ ਤੋਂ ਬਾਅਦ ਰੋਜ਼ਗਾਰ ਲਾਂਗੇ ਉਸ ਤੋਂ ਬਾਅਦ ਕੁੱਲ ਪੂਰਤੀ ਲਾਂਗੇ ਕਿਉਂਕਿ ਸਾਰੇ ਇੱਕੋ ਹੀ ਗੱਲ ਹੈ। ਤੁਸੀਂ ਇਹ ਜ਼ਰੂਰੀ ਨਹੀਂ ਹੈ ਵੀ ਇਹ ਚਾਰੋਂ ਹੀ ਲਿਖਣੇ ਤੁਸੀਂ ਕੋਈ ਵੀ ਇੱਕ ਚੀਜ਼ ਜਿਹੜੀ ਹੈ ਉਹ ਲਿਖ ਸਕਦੇ ਹੋ। ਤਾਂ ਇੱਧਰ ਆਪਾਂ ਕੀ ਲਾਂਗੇ ਕੁੱਲ ਮੰਗ ਲਵਾਂਗੇ। ਸਭ ਤੋਂ ਪਹਿਲਾਂ ਕੀ ਕਰਾਂਗੇ ਕੁੱਲ ਪੂਰਤੀ ਦੀ ਵਕਰ ਬਣਾਵਾਂਗੇ। ਤਾਂ ਆ 45 ਡਿਗਰੀ ਤੇ ਕੁੱਲ ਪੂਰਤੀ ਵਕਰ ਉੱਪਰ ਗਈ ਇੱਥੇ ਜਾ ਕੇ ਕੀ ਹੋ ਗਿਆ ਸਥਿਰ ਹੋ ਗਈ। ਤਾਂ ਆ ਆਪਣੇ ਕੋਲ ਕੀ ਆ ਗਿਆ ਪੂਰਨ ਰੋਜ਼ਗਾਰ ਦਾ ਪੱਧਰ ਜਿਹੜਾ ਹੈ ਉਹ ਆ ਗਿਆ। ਯਾਨੀ ਆਪਣੇ ਕੋਲ ਅਰਥ ਵਿਵਸਥਾ ਦੇ ਵਿੱਚ ਕਿੰਨੇ ਲੋਕ ਨੇ ਕੰਮ ਕਰਨ ਵਾਲੇ ON। ਤਾਂ ਅਗਰ ON ਦੇ ON ਲੋਕਾਂ ਨੂੰ ਕੰਮ ਮਿਲ ਜਾਏਗਾ ਤਾਂ ਵੱਧ ਤੋਂ ਵੱਧ ਪੂਰਤੀ ਕਿੰਨੀ ਹੋਏਗੀ ON ਹੋਏਗੀ। ਹੁਣ ਆਪਾਂ ਕਿਹੜੀ ਵਕਰ ਬਣਾਣੀ ਹੈ ਕੁੱਲ ਮੰਗ। ਹੁਣ ਕੁੱਲ ਮੰਗ ਨੂੰ ਬਣਾਉਣ ਵਾਸਤੇ ਉਪਭੋਗ ਦੀ ਨਿਵੇਸ਼ ਦੀ ਇਹ ਦੋ ਵਕਰ ਬਣਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਸਿੱਧੀ ਕੁੱਲ ਮੰਗ ਵਕਰ ਬਣਾਵਾਂਗੇ। ਤਾਂ ਦੇਖੋ ਕੁੱਲ ਮੰਗ ਜਿਹੜੀ ਹੈ ਉਹ 0 ਤੋਂ ਸ਼ੁਰੂ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ ਆਪਾਂ ਪਿਛਲੇ ਚੈਪਟਰ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਜਦੋਂ ਵੀ ਆਪਾਂ ਕੁੱਲ ਮੰਗ ਨਿਕਾਲਦੇ ਹਾਂ ਤਾਂ ਕਿੰਨੇ ਬਰਾਬਰ ਹੁੰਦੀ ਹੈ ਉਪਭੋਗ ਜਮਾ ਨਿਵੇਸ਼ ਦੇ ਬਰਾਬਰ। ਹੁਣ ਜਦੋਂ ਆਮਦਨ 0 ਹੈ ਤਾਂ ਨਾ ਤਾਂ ਉਪਭੋਗ ਨੇ 0 ਹੋਣਾ ਨਾ ਨਿਵੇਸ਼ ਨੇ 0 ਹੋਣਾ ਤਾਂ ਫਿਰ ਕੁੱਲ ਮੰਗ ਵੀ ਕਿਵੇਂ 0 ਹੋ ਜਾਏਗੀ। ਤਾਂ ਜਿਹੜੀ ਆ ਤੁਹਾਡੀ ਕੁੱਲ ਮੰਗ ਵਕਰ ਜਾ ਰਹੀ ਹੈ ਇਹ 0 ਤੋਂ ਨਹੀਂ ਸ਼ੁਰੂ ਹੋ ਰਹੀ ਇਹ 0 ਤੋਂ ਥੋੜਾ ਉੱਪਰ ਤੋਂ ਸ਼ੁਰੂ ਹੋ ਰਹੀ ਹੈ। ਤਾਂ ਇਹੀ ਗੱਲ ਦਾ ਧਿਆਨ ਜਿਹੜਾ ਹੈ ਉਹ ਆਪਾਂ ਇੱਧਰ ਰੱਖਣਾ ਹੈ। ਤਾਂ ਆ ਕੀ ਬਣ ਗਈ ਆ ਜਿਹੜੀ ਹੈ ਇਹ ਮੇਰੀ ਕੁੱਲ ਮੰਗ ਵਕਰ ਬਣ ਗਈ ਜਿਹੜੀ ਕਿੰਨੇ ਬਰਾਬਰ ਹੈ ਉਪਭੋਗ ਜਮਾ ਨਿਵੇਸ਼ ਦੇ ਬਰਾਬਰ ਹੈ। ਹੁਣ ਧਿਆਨ ਦਿਓ ਵੀ ਕੁੱਲ ਮੰਗ ਤੇ ਕੁੱਲ ਪੂਰਤੀ ਇੱਕ ਦੂਜੇ ਨੂੰ ਕਿੱਥੇ ਕੱਟਦੇ ਪਏ ਨੇ ਇਸ ਪੁਆਇੰਟ ਤੇ। ਆ ਕੀ ਆ ਜਾਏਗਾ ਆਪਣਾ E ਪੁਆਇੰਟ ਆ ਜਾਏਗਾ। ਦੇਖੋ ਆ ਆਪਣੀ ਕੁੱਲ ਮੰਗ ਵਕਰ ਜਾ ਰਹੀ ਹੈ ਆ ਆਪਣੀ ਕੁੱਲ ਪੂਰਤੀ ਵਕਰ ਜਾ ਰਹੀ ਹੈ। ਦੋਨੋਂ ਕਿਸ ਪੁਆਇੰਟ ਤੇ ਕੱਟ ਰਹੇ ਨੇ E ਪੁਆਇੰਟ ਤੇ। ਮਤਲਬ ਜਿਹੜਾ ਸੰਤੁਲਨ ਦਾ ਪੁਆਇੰਟ ਹੈ ਉਹ ਕਿਹੜਾ ਆਏਗਾ E। ਉਹਦੇ ਮੁਤਾਬਿਕ ਅਰਥ ਵਿਵਸਥਾ ਦੇ ਵਿੱਚ ਕਿੰਨੇ ਲੋਕਾਂ ਨੂੰ ਕੰਮ ਮਿਲੇਗਾ ਰੋਜ਼ਗਾਰ ਕਿੰਨਾ ਹੋਏਗਾ ਆਪਣਾ N1। ਹੁਣ ਦੇਖੋ ਵੀ ਆਪਣੀ ਅਰਥ ਵਿਵਸਥਾ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹੈਗੇ ਕਿੰਨੇ ਸੀ ON। यानी संतुलन किथे आ गया N1 ਤੇ ਕੰਮ ਕਿੰਨਾਂ ਨੂੰ ਮਿਲੇਗਾ N1 ਨੂੰ यानी N1N। ਇਹ ਉਹ ਲੋਕ ਹੋਣਗੇ ਜਿਹੜੇ ਕੀ ਹੋਣਗੇ ਬੇਰੁਜ਼ਗਾਰ ਹੋਣਗੇ। ਅਰਥ ਵਿਵਸਥਾ ਦੇ ਵਿੱਚ ਸੰਤੁਲਨ ਆ ਚੁੱਕਿਆ ਪਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਮਤਲਬ ਹੁਣ ਇੱਥੇ ਕੇਨਜ਼ ਇੱਕ ਬਹੁਤ ਵੱਡੀ ਗੱਲ ਕਰਦਾ ਪਿਆ ਉਹ ਇਹ ਕਹਿ ਰਿਹਾ ਹੈ ਵੀ ਜਿਹੜਾ ਸੰਤੁਲਨ ਹੁੰਦਾ ਹੈ ਉਹਦਾ ਮਤਲਬ ਇਹ ਹੁੰਦਾ ਹੈ ਵੀ ਕੁੱਲ ਮੰਗ ਤੇ ਕੁੱਲ ਪੂਰਤੀ ਜਿਹੜੇ ਨੇ ਉਹ ਇੱਕ
ਦੂਜੇ ਦੇ ਬਰਾਬਰ ਨੇ। ਪਰ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੈ ਵੀ ਜਿਹੜੇ ਕੁੱਲ ਮੰਗ ਤੇ ਕੁੱਲ ਪੂਰਤੀ ਬਰਾਬਰ ਹੋਣਗੇ ਉਹ ਹਮੇਸ਼ਾ ਆ ਜਿਹੜਾ ਆਪਣਾ ਪੂਰਨ ਰੁਜ਼ਗਾਰ ਵਾਲਾ ਪੱਧਰ ਮੰਨ ਲਓ F ਪੁਆਇੰਟ ਦੇ ਦੇਣਾ ਵੀ ਇਹ ਹਮੇਸ਼ਾ ਪੂਰਨ ਰੁਜ਼ਗਾਰ ਵਾਲੇ ਪੱਧਰ ਤੇ ਬਰਾਬਰ ਹੋਣਗੇ। ਜਿਹੜੇ ਕੁੱਲ ਮੰਗ ਤੇ ਕੁੱਲ ਪੂਰਤੀ ਨੇ ਇਹ ਤਾਂ ਪੂਰਨ ਰੁਜ਼ਗਾਰ ਤੋਂ ਪਹਿਲਾਂ ਵੀ ਬਰਾਬਰ ਹੋ ਸਕਦੇ ਨੇ, ਪੂਰਨ ਰੁਜ਼ਗਾਰ ਤੇ ਵੀ ਬਰਾਬਰ ਹੋ ਸਕਦੇ ਨੇ ਤੇ ਪੂਰਨ ਰੁਜ਼ਗਾਰ ਤੋਂ ਬਾਅਦ ਵੀ ਬਰਾਬਰ ਹੋ ਸਕਦੇ ਨੇ। ਠੀਕ ਹੈ, ਜਿਹੜਾ ਆਪਾਂ ਹੁਣੇ ਟੇਬਲ ਬਣਾਇਆ ਸੀ ਉਹਦੇ ਚ ਆਪਾਂ ਇਸ ਚੀਜ਼ ਨੂੰ ਹੁਣੇ ਪ੍ਰੂਫ ਕਰਾਂਗੇ, ਉਹ ਟੇਬਲ ਆਪਾਂ ਦੁਬਾਰਾ ਬਣਾਵਾਂਗੇ। ਤਾਂ ਹੁਣ ਦੇਖੋ ਹੁਣ ਕੀ ਹੋਇਆ, ਹੁਣ ਆਪਣੀ ਅਰਥ ਵਿਵਸਥਾ ਦੇ ਵਿੱਚ ਉਹ n ਲੋਕ ਸੀ ਕੰਮ ਕਰਨ ਵਾਲੇ। ਕਿਵੇਂ ਪਤਾ ਲੱਗਿਆ ਕਿ ਉਹ n ਤੇ ਜਾ ਕੇ ਹੀ ਆਪਣੀ ਕੁੱਲ ਪੂਰਤੀ ਜਿਹੜੀ ਹੈ ਉਹ ਸਥਿਰ ਹੋਈ ਸੀ, ਯਾਨੀ ਜਿੰਨੇ ਲੋਕ ਸੀ ਸਾਰੇ ਕੰਮ ਤੇ ਲਾਏ ਤਾਂ ਉਹ n ਦੇ ਬਰਾਬਰ ਜਿਹੜਾ ਉਹ ਰੁਜ਼ਗਾਰ ਦਾ ਪੱਧਰ ਸੀ। ਪਰ ਕੁੱਲ ਮੰਗ ਤੇ ਕੁੱਲ ਪੂਰਤੀ ਕਿੱਥੇ ਬਰਾਬਰ ਹੋ ਗਏ, E ਪੁਆਇੰਟ ਤੇ, ਯਾਨੀ ਸੰਤੁਲਨ ਕਿੱਥੇ ਆਇਆ, E ਪੁਆਇੰਟ ਤੇ। ਇਹਦੇ ਮੁਤਾਬਿਕ ਕਿੰਨੇ ਲੋਕਾਂ ਨੂੰ ਕੰਮ ਮਿਲੇਗਾ, n1 ਨੂੰ, ਯਾਨੀ ਕਿ ਸੰਤੁਲਨ ਦੀ ਅਵਸਥਾ ਦੇ ਵਿੱਚ ਵੀ ਕੀ ਹੋਏਗਾ, ਕੇਂਜ ਕਹਿੰਦਾ n1n ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਰਹਿ ਸਕਦੇ ਨੇ, ਜਿਸ ਨੂੰ ਕੇਂਜ ਨੇ ਨਾਮ ਦਿੱਤਾ ਅਪੂਰਨ ਰੁਜ਼ਗਾਰ ਸੰਤੁਲਨ। ਨਾਮ ਤੋਂ ਪਕੜੋ, ਕਹਿੰਦਾ ਕੀ ਹੈ, ਅਪੂਰਨ ਰੁਜ਼ਗਾਰ ਸੰਤੁਲਨ ਹੈ ਵੀ ਅਰਥ ਵਿਵਸਥਾ ਦੇ ਵਿੱਚ ਕੀ ਹੋਇਆ, ਸੰਤੁਲਨ ਆ ਗਿਆ। ਠੀਕ ਹੈ, ਪਰ ਉਹਦੇ ਉੱਪਰ ਪੂਰਨ ਰੁਜ਼ਗਾਰ ਨਹੀਂ ਆਇਆ, ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਨਹੀਂ ਮਿਲਿਆ, ਤਾਂ ਇਹਨਾਂ ਨੇ ਅਪੂਰਨ ਰੁਜ਼ਗਾਰ ਸੰਤੁਲਨ ਦਾ ਨਾਮ ਜਿਹੜਾ ਹੈ ਉਹ ਦਿੱਤਾ। ਕੇਂਜ ਕਹਿੰਦਾ ਹੈ ਵੀ ਜਿਹੜਾ ਅਪੂਰਨ ਰੁਜ਼ਗਾਰ ਸੰਤੁਲਨ ਹੈ ਉਹ ਇੱਕ ਅਰਥ ਵਿਵਸਥਾ ਦੀ ਵਾਸਤਵਿਕ ਸਥਿਤੀ ਹੈ। ਅਸਲ ਦੇ ਵਿੱਚ ਐਵੇਂ ਹੀ ਹੁੰਦਾ ਹੈ ਵੀ ਅਰਥ ਵਿਵਸਥਾ 'ਚ ਕੀ ਹੁੰਦਾ ਹੈ, ਸੰਤੁਲਨ ਆ ਜਾਂਦਾ ਹੈ ਪਰ ਸਾਰੇ ਦੇ ਸਾਰੇ ਲੋਕਾਂ ਨੂੰ ਜਿਹੜਾ ਹੈ ਉਹ ਕੰਮ ਨਹੀਂ ਮਿਲਦਾ। ਕੀ ਹੋਏਗਾ, ਹੁਣ ਇੰਨੇ ਲੋਕਾਂ ਨੂੰ ਕੰਮ ਸੋਚੋ ਕਿਉਂ ਨਹੀਂ ਮਿਲਿਆ, ਇਹ ਵੀ ਸੋਚਣ ਵਾਲੀ ਗੱਲ ਹੈ। ਉਹ ਕਹਿੰਦਾ ਇਹਦਾ ਮੇਨ ਕਾਰਨ ਜਿਹੜਾ ਹੈ ਉਹ ਇਹ ਹੈ ਵੀ ਅਗਰ ਆਪਾਂ ਚਾਹੁੰਦੇ ਹਾਂ ਵੀ ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਮਿਲੇ, ਯਾਨੀ ਆਪਾਂ n ਦੇ n ਲੋਕਾਂ ਨੂੰ ਕੰਮ ਦਈਏ, ਤਾਂ ਜਿਹੜੀ ਆ ਕੁੱਲ ਮੰਗ ਆਪਣੀ ਆ ਜਿਹੜੀ ਬਲੂ ਕਲਰ ਵਾਲੀ ਜਾ ਰਹੀ ਹੈ ਇਹਨੂੰ ਕੀ ਕਰਨਾ ਚਾਹੀਦਾ ਸੀ, ਇਹਨੂੰ ਕੁੱਲ ਪੂਰਤੀ ਨੂੰ ਪੂਰਨ ਰੁਜ਼ਗਾਰ ਤੇ ਕੱਟ ਕਰਨਾ ਚਾਹੀਦਾ ਸੀ। ਹੁਣ ਸੋਚੋ, ध्यान ਨਾਲ ਦੇਖੋ, ਡਾਇਗਰਾਮ ਆਪਾਂ ਦੁਬਾਰਾ ਐਨਾਲਿਸਿਸ ਕਰਦੇ ਹਾਂ ਵੀ ਜਿਹੜੀ ਆ ਕੁੱਲ ਮੰਗ ਵਕਰ ਹੈ ਇਹਨੇ ਕੀ ਕੀਤਾ, ਕੁੱਲ ਪੂਰਤੀ ਵਕਰ ਨੂੰ S ਪੁਆਇੰਟ ਤੇ ਕੱਟਿਆ। ਆਪਾਂ ਹੁਣ ਮੰਨ ਕੇ ਚੱਲ ਰਹੇ ਹਾਂ ਕਿ ਕੁੱਲ ਪੂਰਤੀ ਜਿਹੜੀ ਹੈ ਉਹ ਕੀ ਹੈ, ਪੂਰਨ ਰੁਜ਼ਗਾਰ ਹੈ, ਮਤਲਬ ਜਿੰਨੀ ਮੰਗ ਹੋਏਗੀ ਓਨੀ ਪੂਰਤੀ ਹੋਣੀ ਹੈ। ਹੁਣ ਜਿੰਨੀ ਪੂਰਤੀ ਕਰਾਣੀ ਹੈ ਉਨਾ ਹੀ ਉਤਪਾਦਨ ਕਰਾਏਗਾ, ਉਨੇ ਹੀ ਲੋਕਾਂ ਨੂੰ ਕੰਮ ਦੇਗਾ, ਉਨੀ ਹੀ ਉਹਨਾਂ ਨੂੰ ਆਮਦਨ ਹੋਏਗੀ। ਹੁਣ ਆਪਣੀ ਮੰਗ ਹੈਗੀ ਹੈ AD, ਹੁਣ ਅਗਰ ਮੰਗ AD ਹੈ ਉਹ ਮੰਗ ਜਿਹੜੀ ਹੈ ਪੂਰਤੀ ਨੂੰ ਕਹਿੰਦੀ ਕਿ ਆਪਾਂ ਦੋਨੋਂ ਨਾ E ਪੁਆਇੰਟ ਦੇ ਬਰਾਬਰ ਹੋ ਜਾਂਦੇ ਆ, ਤਾਂ ਪੂਰਤੀ ਕਹਿੰਦੀ ਕੋਈ ਸਮੱਸਿਆ ਨਹੀਂ, ਤੁਸੀਂ E ਪੁਆਇੰਟ ਦੇ ਬਰਾਬਰ ਹੋ ਜਾਓ। ਤਾਂ ਮੰਗ ਨੇ ਕੀ ਕੀਤਾ, ਪੂਰਤੀ ਨੂੰ E ਪੁਆਇੰਟ ਤੇ ਕੱਟ ਕਰਤਾ, ਦੋਨੋਂ E ਪੁਆਇੰਟ ਦੇ ਬਰਾਬਰ ਹੋ ਗਏ। ਯਾਨੀ ਮੰਗ ਕਿੰਨੀ ਹੈ, ON1। ਜੇ ਮੰਗ ON1 ਹੈ ਤਾਂ ਫਿਰ ਪੂਰਤੀ ਵੀ ਕਿੰਨੀ ਹੋਏਗੀ, ON1, ਕਿਉਂਕਿ ਪੂਰਤੀ ਤਾਂ ਮੰਗ ਦੇ ਹਿਸਾਬ ਨਾਲ ਹੋਣੀ ਹੈ, ਤਾਂ ਪੂਰਤੀ ਵੀ ON1 ਹੋਗੀ। ਪੂਰਤੀ ਵਕਰ ਕਹਿੰਦੀ ਹੈ ਮੈਂ ON ਪੂਰਤੀ ਕਰ ਸਕਦੀ ਹਾਂ, ਪਰ ਤੁਸੀਂ ਕਿਉਂਕਿ ਮੰਗ ਘੱਟ ਕਰ ਰਹੇ ਹੋ ਤਾਂ ਮੈਨੂੰ ਪੂਰਤੀ ਵੀ ਘੱਟ ਕਰਾਣੀ ਪੈਂਦੀ ਪਈ ਹੈ। ਹੁਣ ਅਰਥ ਵਿਵਸਥਾ ਦੇ ਵਿੱਚ ਇਹ ਲੋਕ ਬੇਰੁਜ਼ਗਾਰ ਕਿਉਂ ਬੈਠੇ ਨੇ, ਇਸ ਕਰਕੇ ਬੈਠੇ ਨੇ ਕਿਉਂਕਿ ਜੇਕਰ ਆਪਾਂ ਇਹ ਚਾਹੁੰਦੇ ਹਾਂ ਕਿ ਅਰਥ ਵਿਵਸਥਾ ਦੇ ਵਿੱਚ ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਮਿਲੇ ਤਾਂ ਕੀ ਹੋਣਾ ਚਾਹੀਦਾ ਹੈ, ਮੰਗ ਉਸ ਹਿਸਾਬ ਤੇ ਹੋਣੀ ਚਾਹੀਦੀ ਹੈ। ਯਾਨੀ ਸਪੋਜ਼ ਕਰੋ ਕਿ ਜੇਕਰ ਆਪਣੀ ਮੰਗ ਆ ਬਲੈਕ ਕਲਰ ਵਾਲੀ AD1 ਹੁੰਦੀ, ठीक है, अगर अपनी मंग वक्र आ होती, आ ब्लू कलर वाली ना होके आ ऊपर ब्लैक कलर वाली होती, तो एने की कीता सी, एने कुल पूर्ति ਨੂੰ ਕਿੱਥੇ ਕੱਟ ਕੀਤਾ, F ਪੁਆਇੰਟ ਤੇ। F ਪੁਆਇੰਟ ਤੇ ਕੀ ਹੁੰਦਾ, ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਮਿਲ ਜਾਂਦਾ। ਇਹਨੂੰ ਆਪਾਂ ਕਹਿ ਸਕਦੇ ਸੀ ਪੂਰਨ ਰੁਜ਼ਗਾਰ ਸੰਤੁਲਨ। ਪਰ ਕਿਉਂਕਿ ਹੁਣ ਦੇਖੋ ਆਪਾਂ ਚਾਹੁੰਦੇ ਆ ਵੀ ਜਿਹੜੀ AD1 ਹੈ ਇਹ ਆਪਣੀ ਅਰਥ ਵਿਵਸਥਾ ਦੇ ਵਿੱਚ ਕੁੱਲ ਮੰਗ ਹੋਣੀ ਚਾਹੀਦੀ ਸੀ, ਜੇਕਰ ਆਪਾਂ ਪੂਰਨ ਰੁਜ਼ਗਾਰ ਚਾਹੁੰਦੇ ਆ, ਪਰ ਹੈਗੀ ਕਿੰਨੀ ਹੈ, ਥੱਲੇ ਵਾਲੀ AD ਹੈ, ਯਾਨੀ ਆਪਣੀ ਮੰਗ ਜਿਹੜੀ ਹੈ ਉਹ ਕੀ ਹੈ, ਉਹ ਅਰਥ ਵਿਵਸਥਾ ਦੇ ਵਿੱਚ ਜਿੰਨੀ ਹੋਣੀ ਚਾਹੀਦੀ ਸੀ ਉਸ ਤੋਂ ਕੀ ਹੈ, ਘੱਟ ਹੈ। ਤਾਂ ਜੇ ਮੰਗ ਹੀ ਘੱਟ ਹੈ ਤਾਂ ਫਿਰ ਕੀ ਹੋਏਗਾ, ਉਹਨਾਂ ਪੂਰਤੀ ਵੀ ਘੱਟ ਹੋਏਗੀ, ਉਹਨਾਂ ਰੁਜ਼ਗਾਰ ਵੀ ਘੱਟ ਹੋਏਗਾ, ਉਹਨਾਂ ਉਤਪਾਦਨ ਵੀ ਘੱਟ ਹੋਏਗਾ ਤੇ ਉਨੀ ਆਮਦਨ ਵੀ ਘੱਟ ਹੋਏਗੀ। ਕੇਂਜ ਕਹਿੰਦੇ ਹੈ ਵੀ ਜਿਹੜਾ ਅਪੂਰਨ ਰੁਜ਼ਗਾਰ ਸੰਤੁਲਨ ਹੈ ਮਤਲਬ ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਨਾ ਮਿਲਣ ਦੀ ਜਿਹੜੀ ਸਮੱਸਿਆ ਹੈ ਉਹ ਇਸ ਕਰਕੇ ਪੈਦਾ ਹੁੰਦੀ ਹੈ ਕਿਉਂਕਿ
अर्थ व्यवस्था दे विच जिन्नी मंग होनी चाहिदी है कई बारी मंग उस तो घट हुंदी है। हुण जे मंग ही घट हुंदी है तां पूर्ति तां आपे ही घट होनी है, रोजगार आपे ही घट होना है। तां की होएगा कुल मंग ते कुल पूर्ति जिहड़े ने वो पूर्ण रोजगार तो पहले ही एक दूजे दे बराबर जिहड़ा है वो हो जाणगे, जिहनूं नाम दिता जाएगा कि अपूर्ण रोजगार संतुलन दा। यह है केंद्र के मुताबिक संतुलन का पता करने की विधि केड़ी कुल मांग ते कुल पूर्ति विधि। ये डायग्राम क्लियर होगी। हुण आपां ओही टेबल जो आपां हुणे बनाया सी वो टेबल आपां दोबारा बनाते हैं। हुण ओदे च आपां यही जिहड़ा अपूर्ण रोजगार संतुलन है ਉਹਨੂੰ ਆਪਾਂ ਦੁਬਾਰਾ ਤੋਂ ਜਿਹੜਾ ਹੈ ਉਹ ਦੇਖਦੇ ਆਂ, ਇਹ ਪਤਾ ਕਰਦੇ ਆਂ ਵੀ ਕੀ ਉਹ ਟੇਬਲ ਦੇ ਵਿੱਚ ਵੀ ਅਪੂਰਨ ਰੋਜ਼ਗਾਰ ਸੰਤੁਲਨ ਆਪਾਂ ਨਜ਼ਰ ਆਇਆ ਕਿ ਨਹੀਂ ਆਇਆ। ਤਾਂ ਆਪਾਂ ਕੀ ਕੀਤਾ ਦੇਖੋ ਕੀ ਬਣਾਇਆ, आमदन बनाई, उस तो बाद उपभोग बनाया, उस तो बाद निवेश बनाया, उस तो बाद कुल मांग बनाई। ता आपा टेबल जेड़ा हमने बनाया सी दोबारा बना लेते हैं। हुण मैं फिर कह रहा हूं आमदन रोजगार उत्पादन कुल पूर्ति एक कोई गल है। ता 0 10 20 30 40 50 60 देखो कुल पूर्ति बढ़ रही है, मतलब हाले तक अर्थव्यवस्था दे विच बेरोजगारी हैगी है, उत्पादन दे साधन बेकार बैठे ने, उन्होंने आपा काम देंदे पए आ, जिंदे करके अर्थव्यवस्था दे विच रोजगार कुल पूर्ति उत्पादन आमदन जेड़े ओ की हो रहे हैं वध रहे। यानी हाले तक ता अर्थव्यवस्था दे विच जेड़ा पूर्ण रोजगार है वो नहीं है। ता उपभोक्ता मिनिमम पद्धत 10, फिर आपा मान के चल रहे हैं कि सीमांत उपभोग प्रवृत्ति कितनी है 0.5, ऐसे की हो जाएगा 20 25 30 35 40 हो गया। निवेश फिक्स है 10 10 10 10 10 10। उपभोग ते निवेश नु जोड़ो की बनया 20 25 30 35 40 45 50। अब मैंने यही टेबल हमने बनाया सी थोड़ी देर पहला। हुण चेक करो, चेक ये करना है कि आपा अपने पिछले टेबल दे विच ये गल कीती सी भी अपने कोल 60 लाख बंदा जड़ा है वो काम करने वाला है। आ 60 आ गया। इस तो बाद पूर्ण रोजगार आ गया। इस तो बाद की होएगा आमदन रोजगार पूर्ति कुछ नहीं बदलना। 60 पे पूर्ण रोजगार है ता जिथे पूर्ण रोजगार है उथे लिख लिया 20 60 ते पूर्ण रोजगार आ जाना जी। एने लोग कहे ने सारे को काम दे आ गए। पर ध्यान दियो टेबल दे विच कि कुल मंग ते कुल पूर्ति दा थोड़ा जिहा हिसाब लगाओ। देखो शुरुआत दे विच पूर्ति हैगी है 0 ता मंग कितनी है 20। फिर हुण ਇਹਦਾ मतलब की है भी शुरुआत दे विच जेडी कुल मंग है वो ज्यादा है किस चीज नालों कुल पूर्ति नालों। कुल मंग ज्यादा यानी अर्थव्यवस्था दे विच मंग हैगी है। इस मंग ਨੂੰ ਵੇਖ ਕੇ ਉਤਪਾਦਕ ਕਹਿਣਗੇ ਕਿ ਲੋ ਜੀ ਅਰਥਵਿਵਸਥਾ 'ਚ ਮੰਗ ਤਾਂ ਬਹੁਤ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ, ਚੀਜ਼ਾਂ ਬਣਾਉਣੀਆਂ ਚਾਹੀਦੀਆਂ। ਲੋਕੀ ਬੇਕਾਰ ਬੈਠੇ ਹੈ, ਪਰਿਵਾਰ ਖੇਤਰ ਕਹਿੰਦਾ ਹੈ ਸਾਡੇ ਕੋਲ ਉਤਪਾਦਨ ਦੇ ਸਾਧਨ ਹੈਗੇ ਨੇ, ਤੁਸੀਂ ਆਓ ਤੇ ਸਾਡੇ ਉਤਪਾਦਨ ਦੇ ਸਾਧਨ ਲੈ ਜਾਓ ਤੇ ਉਤਪਾਦਨ ਕਰਾਓ। ਉਤਪਾਦਕ ਖੇਤਰ ਸੋਚੇਗਾ ਵੀ ਉਤਪਾਦਨ ਕਰਾਉਣ ਦਾ ਫਾਇਦਾ ਹੈ क्योंकि असि तो उत्पादन करते ही नहीं पे, लोगों को काम असि देंदे ही नहीं पे, आमदन उन्होंने हो नहीं रही, खर्चा कर नहीं रहे, पूर्ति असि कर नहीं रहे, तो मंग तो बहुत है। सानू की करना चाहिए, सानू अर्थव्यवस्था दे विच पूर्ति जिहड़ी है बढ़ानी चाहिए। तो वो की करेंगे क्योंकि मंग ज्यादा है, मंग करने वाले बहुत बैठे हैं, इस मंग को देख के वो की करेंगे वो आदि पूर्ति बढ़ानी। ਤਾਂ ਉਹਨਾਂ ਨੇ ਕੀ ਕੀਤਾ ਪੂਰਤੀ ਜਿਹੜੀ ਹੈ ਉਹ 0 ਤੋਂ ਵਧਾ ਕੇ ਮੈਂ ਉੱਪਰ ਕੁੱਲ ਪੂਰਤੀ ਵੀ ਲਿਖ ਦੇਣਾ ਤਾਂ ਕਿ ਕਨਫਿਊਜ਼ਨ ਨਾ ਹੋਵੇ। ਤਾਂ ਉਹਨਾਂ ਨੇ ਕੀ ਕੀਤਾ ਪੂਰਤੀ ਵਧਾ ਕੇ 10 ਕਰਤੀ। ਜੇ ਪੂਰਤੀ ਵਧਾ ਕੇ 10 ਕੀਤੀ ਇਹਦਾ ਮਤਲਬ ਉਹਨਾਂ ਨੇ ਕੀ ਕੀਤਾ ਹੋਵੇਗਾ ਪਰਿਵਾਰ ਖੇਤਰ ਕੋਲ ਉਤਪਾਦਨ ਦੇ ਸਾਧਨ ਲਏ ਹੋਣਗੇ, ਉਹਨਾਂ ਨੂੰ ਕੰਮ ਦਿੱਤਾ ਹੋਵੇਗਾ। ਮਤਲਬ ਪਰਿਵਾਰ ਖੇਤਰ ਤੋਂ ਉਤਪਾਦਨ ਦੇ ਸਾਧਨਾਂ ਨੂੰ ਲੈ ਕੇ ਉਹਨਾਂ ਨੂੰ ਰੋਜ਼ਗਾਰ ਦਿੱਤਾ, ਰੋਜ਼ਗਾਰ ਵਧਿਆ। जे रोजगार ਵਧਿਆ ਤਾਂ उत्पादन ਵਧਿਆ, उत्पादन ਵਧਿਆ ਤਾਂ पूर्ति ਵਧੀ। ਜੇ रोजगार ਵਧਿਆ ਤਾਂ ਕਿੰਨਾ ਦਾ ਵਧਿਆ रोजगार ਜਿਹੜਾ ਹੈ ਉਹ ਪਹਿਲਾਂ ਨਾਲੋਂ ਵੱਧ ਗਿਆ। ਮਤਲਬ ਆਪਾਂ ਉਹਨਾਂ ਲੋਕਾਂ ਨੂੰ ਕੰਮ ਦਿੱਤਾ ਜਿਹੜੇ ਪਹਿਲਾਂ ਬੇਰੁਜ਼ਗਾਰ ਸੀ। मतलब आपा अगर उन्होंने काम दिता है रोजगार बताया है तो
ਆਮਦਨ ਵੀ ਤਾਂ ਦਿੱਤੀ ਹੋਏਗੀ, ਤਾਂ ਕੀ ਹੋਇਆ, ਉਹਨਾਂ ਲੋਕਾਂ ਨੂੰ ਆਮਦਨ ਵੀ ਹੋਣੀ ਸ਼ੁਰੂ ਹੋ ਗਈ। ਹੁਣ ਜੇ ਆਮਦਨ ਹੋਈ, ਇਹ ਉਹ ਆਮਦਨ ਹੋਈ ਜਿਹੜੀ ਪਹਿਲਾਂ ਨਹੀਂ ਹੋਣੀ ਸੀ, ਹੁਣ ਉਹਨਾਂ ਨੂੰ ਵੀ ਆਮਦਨ ਹੋਣੀ ਸ਼ੁਰੂ ਹੋ ਗਈ। ਤਾਂ ਉਹ ਵੀ ਕੀ ਕਰਨਗੇ, ਜਿਹੜੇ ਬੰਦੇ ਪਹਿਲਾਂ ਬੇਕਾਰ ਬੈਠੇ ਸੀ, ਉਹਨਾਂ ਨੂੰ ਕੋਈ ਆਮਦਨ ਨਹੀਂ ਹੋ ਰਹੀ ਸੀ, ਹੁਣ ਆਪਾਂ ਉਹਨਾਂ ਨੂੰ ਰੁਜ਼ਗਾਰ ਦਿੱਤਾ, ਉਹਨਾਂ ਨੂੰ ਆਮਦਨ ਹੋਣੀ ਸ਼ੁਰੂ ਹੋ ਗਈ। ਜੇ ਉਹਨਾਂ ਨੂੰ ਆਮਦਨ ਹੋਏਗੀ ਤਾਂ ਹੁਣ ਉਹ ਵੀ ਮੰਗ ਕਰਨਗੇ। ਤਾਂ ਜਿੱਥੇ ਇੱਥੇ ਕੁੱਲ ਪੂਰਤੀ ਵਧੇਗੀ ਜਾਂ ਇੱਥੇ ਆਮਦਨ ਵਧੇਗੀ, ਇੱਥੇ ਕੁੱਲ ਮੰਗ ਵੀ ਵਧੇਗੀ, ਕਿਉਂਕਿ ਹੁਣ ਨਵੇਂ ਲੋਕਾਂ ਨੂੰ ਕੰਮ ਮਿਲਿਆ, ਨਵੇਂ ਲੋਕਾਂ ਨੂੰ ਆਮਦਨ ਹੋਈ, ਉਹ ਨਵੇਂ ਲੋਕਾਂ ਦੀ ਮੰਗ ਕਰਨੀ ਹੈ, ਤਾਂ ਕੀ ਹੋਏਗਾ, ਕੁੱਲ ਮੰਗ ਵਧੇ। ਉਤਪਾਦਕਾਂ ਨੇ ਦੇਖਿਆ ਕਿ ਹੁਣ ਕੀ ਹੈ, ਹਾਲੀ ਵੀ ਉਹ ਕਹਿੰਦੇ ਕਿ ਕੁੱਲ ਪੂਰਤੀ ਜਿਹੜੀ ਹੈ ਘੱਟ ਹੈ, ਕੁੱਲ ਮੰਗ ਜਿਹੜੀ ਹੈ ਉਹ ਜ਼ਿਆਦਾ ਹੈ, यानी हाली भी कुल मांग 25 दी है ते कुल पूर्ति कितनी हो रही है 10, हाली भी मांग ज्यादा है, सानू की करना चाहिए, होर लोकां नू काम देना चाहिए। तो उन्होंने होर लोकां नू काम देता, यानी उन्हें परिवार खेतर तो होर उत्पादन दे साधन ले उन्हां नू काम दिता, उनदे बदले उन्हां नू आमदन दित्ती। हुण ये आमदन भी किहड़ी है, ये भी नवी आमदन है, जिहड़ी पहला नहीं हो रही सी, तां आमदन वध गई, आमदन वध के भी हुई। हुण जिहड़े नवे लोकां नू आमदन हुई, फिर उन्होंने मांग करनी शुरू कर दी, तां मांग वध के 30 हो गई। हुण फिर उत्पादकां ने देखा भी अर्थव्यवस्था च की हालात चलदे पे ने, तो उन्होंने देखा हाली भी कुल पूर्ति कितनी है 20 ते कुल मांग कितनी है 30, वो की करेंगे, वो कहेंगे हाली भी मांग ज्यादा है, तो होर लोकां नू काम देने हैं, उन्होंने होर लोकां नू काम देता। जे होर लोकां नू काम देणगे ਇਹਦਾ मतलब फिर वो परिवार खेतर तो उत्पादन के साधन लैणगे, फिर उन्हां नू काम देणगे, फिर उन्हां नू आमदन देणगे, यानी कदे होर नवी आमदन आ गई, यानी हुण होर लोकां नू काम मिल गया, होर लोकां नू आमदन हुई। जे उन्हां नू आमदन हुई तां फिर उन्हां ने खर्चा करना शुरू करता, तां हुण मंग फिर वध गई। उत्पादकां ने फिर देखा भी हुण जिहड़ी मंग है वो कितनी है 35, पूर्ति कितनी है 30, हाली भी मंग ज्यादा है, तो सानू की करना चाहिए, होर लोकां नू काम देना चाहिए। तो उन्होंने होर लोकां नू काम देता, हुण होर लोकां नू काम दिता, परिवार खेतर तो होर उत्पादन दे साधन ले, उन्हां नू काम ते लाया, रोजगार वधाया, उन्हां नू आमदन दित्ती। हुण फिर नवी आमदन आ गई, नवी आमदन आई तो जे नवे लोकां नू आमदन होई, फिर उन्हां ने मंग करनी शुरू कर दी, तो मंग भी वध गई। हुण इत्थे आके की होया, हुण देखो इत्थे कुल मंग कितनी है 40, कुल पूर्ति कितनी है 40, कुल मंग ते कुल पूर्ति जिहड़े ने वो की हो गए बराबर हो गए, ठीक होया। हुण इस पॉइंट ते यानी जिन्नी देर तक मैं इत्थे तक सी उत्थे तक की सी कुल मंग जिहड़ी है कुल पूर्ति नालों ज्यादा सी, पर इस पॉइंट ते की आया, इस पॉइंट ते कुल मंग ते कुल पूर्ति जिहड़े ने की हो गए बराबर। उत्पादक देखेगा कि भैया जितनी अर्थव्यवस्था च मंग है मैं उन्नी ही पूर्ति करदा पिया बराबर, मैं होर लोकां नू काम नहीं देना। हालांकि हम सोचो भी अपने कोल अर्थव्यवस्था दे विच कितने लोग सी काम करने वाले, 60 लाख लोग सी काम करने वाले, यानी जे मैं सारे दे सारे लोकां नू काम दिंदा तां 60 लाख लोकां नू काम देना पैंदा, पर मेरी कुल मंग ते मेरी कुल पूर्ति कितने बराबर हो गए 40 लाख के बराबर हो गए। यानी जो आपां 40 लाख लोकां नू काम दिता उत्थे आके कुल मंग ते कुल पूर्ति बराबर। हुण जिहड़ा उत्पादक है वो ये देखेगा कि अर्थव्यवस्था दे विच 60 लाख लोग ने काम करन वाले, पर जो कुल मंग ते कुल पूर्ति नू देखा ये तां 40 लाख के बराबर होए पे, वो कहंदा फिर मैं अगे लोकां नू काम क्यों देवां, तो की करेगा वो 40 लाख लोकां नू काम देगा, वो 60 लाख लोकां नू काम नहीं देगा। मतलब की होएगा अर्थव्यवस्था दे विच कुल मंग ते कुल पूर्ति 40 लाख के बराबर हो गए, हालांकि लोग कितने सी 60 लाख, मतलब संतुलन दी अवस्था दे विच भी की होएगा 20 लाख लोग जिहड़े ने वो की होणगे बेरोजगार होणगे। क्यों होणगे, क्योंकि सपोज करो जो 60 लाख लोकां नू काम दे दिंदा, मान लो पूरा रोजगार ले आंदा, वो 60 लाख दे अकॉर्डिंगली सोचो मंग कितनी सी 50, यानी वो कहता मैं 60 लाख लोगों को काम तो दे देना पर मांग तो 50 दी है, मांग ही नहीं हैगी। यानी हुण की होएगा पूर्ति जेड़ी है वो 60 दी है, मांग कितनी है 50 दी है, मांग ही नहीं हैगी। वो कहता मांग ही नहीं हैगी तो मैं पूर्ति करा के की करांगा, ता वो की करेगा जिन्ने लोकां नू काम देना चाहिदा सी पूर्ण रोजगार ते आके 60 लाख लोकां नू काम देना चाहिदा सी, वो 60 लाख नू काम नहीं देगा, वो 40 लाख ते आके रुक जाएगा, जिन्हों आपां की कहांगे अपूर्ण रोजगार
ਹੁਣ ਇਸੇ ਚੀਜ਼ ਨੂੰ ਆਪਾਂ ਜਿਹੜੀ ਡਾਇਗਰਾਮ ਬਣਾਈ ਸੀ ਉਸ ਡਾਇਗਰਾਮ ਦੇ ਵਿੱਚ ਆਪਾਂ ਇਹਨੂੰ ਦੁਬਾਰਾ ਜਿਹੜਾ ਹੈ ਉਹ ਦੇਖਣ ਜਾ ਰਹੇ ਹਾਂ। ਦੇਖੋ ਧਿਆਨ ਨਾਲ ਫਿਰ ਤੋਂ ਡਾਇਗਰਾਮ ਬਣਾਉਂਦੇ ਆ ਆਪਾਂ। ਫਿਰ ਡਾਇਗਰਾਮ ਦੇ ਵਿੱਚ ਕੀ ਹੋਇਆ, y ਐਕਸਿਸ ਤੇ ਆਪਾਂ ਕੀ ਲੈ ਲਈ, ਕੁੱਲ ਮੰਗ, x ਐਕਸਿਸ ਤੇ ਤੁਸੀਂ ਭਾਵੇਂ ਕੁੱਲ ਪੂਰਤੀ ਲਿਖੋ, ਆਮਦਨ ਲਿਖੋ, रोजगार लिखो, ठीक है, या उत्पादन लिखो, जो मर्जी लिखो। अपनी कुल पूर्ति वक्र 0 तो शुरू हुई। सब तो पहला एने 45 डिग्री के ऊपर जाना है, गई ਇੱਥੇ आके की हो गया, कुल पूर्ति स्थिर होगी, यानी ਇੱਥੇ अपनी अर्थव्यवस्था ਦੇ ਵਿੱਚ ਕੀ ਹੋ ਗਿਆ, पूर्ण रोजगार आ गया ON ਲੋਕਾਂ ਦੇ। ਹੁਣ ON ਕਿੰਨੇ ਨੇ, अगर आप टेबल के हिसाब से चलिए तो ON कितना अपने को 60 लाख, ठीक हो गया। हुण आपां बनानी कुल मंग, हुण आपां कुल मंग बनाई, मैं क्या सी 0 तो शुरू नहीं होएगी, तो आ जिहड़ी है वो है अपनी कुल मंग। ये कितनी है, ये 40 लाख वाली, यानी इत्थे आके दोनों बराबर हो गए। तो इत्थे कितना कम मिला, 40, यानी जिहड़ी कुल पूर्ति है आपां क्या सी वो पूर्ण लोचदार है। कुल पूर्ति कहती है जितनी मांग होएगी उतनी ही पूर्ति करांगी, यानी हुण जे मांग भी 40 लाख दी है तो पूर्ति भी 40 लाख दी कराएगी, यानी हुण कुल मांग ते कुल पूर्ति बराबर हो गए। ई पॉइंट पे संतुलन किथे आ गया, ई पॉइंट पे, ई पॉइंट ते भी आ देखो आ जेडे 20 लाख लोग ने ये कौन ने, ये बेरोजगार ने। क्यों, उत्पादक कहता है मैं 60 लाख लोगों को काम देने को तैयार हां, पर उनके मुताबिक मांग भी 60 होनी चाहिए है। वो कहते मांग तो 50 दी, कहता फिर मैं काम क्यों दें। वो कहता भी जे तुसी चाहते हो कि 60 लाख लोगों को काम मिले, मतलब इत्थे एफ पॉइंट ते संतुलन आवे ता आदि मांग भी जेड़ी है आ जेड़ी AD1 60 लाख वाली बनाओ। जे आदि मांग 60 लाख वाली बनाओगे ताई मैं पूर्ति 60 लाख दी करांगा, ताई आ जेडे 20 लाख लोग बेरोजगार बैठे ने इन्हां नूं काम देआंगा। तुहाडी मांग जेड़ी है वो होनी चाहिए 60 लाख दी, हैगी 40 लाख दी है, तुहाडी अर्थव्यवस्था दे विच मांग ही घट है, तां फिर मैं पूर्ति क्यों करां। तां केन्स दे मुताबिक ਜਿਹੜਾ ਅਰਥਵਿਵਸਥਾ ਦੇ ਵਿੱਚ ਬੇਰੋਜ਼ਗਾਰੀ ਹੋਣ ਦਾ ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਨਾ ਮਿਲਣ ਦਾ ਮੇਨ ਕਾਰਨ ਕੀ ਹੈ, ਕੁੱਲ ਮੰਗ ਦਾ ਘੱਟ ਹੋਣਾ। ਕੇਨਸ ਕਹਿੰਦਾ ਹੈ ਵੀ ਜਿਹੜੇ ਉਤਪਾਦਕ ਨੇ ਉਹ ਕਦੇ ਨਹੀਂ ਚਾਹੁੰਦੇ ਵੀ ਅਸੀਂ ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਨਾ ਦੇਈਏ, ਉਹ ਬਿਲਕੁਲ ਸਾਰੇ ਦੇ ਸਾਰੇ ਲੋਕਾਂ ਨੂੰ ਕੰਮ ਦੇਣਾ ਚਾਹੁੰਦੇ ਨੇ, पर वो उन्ने ही लोगों को काम देंगे जितनी अर्थव्यवस्था दे विच मंग होएगी। जेकर मंग ही घट है तो पूर्ति करा के की करेगा, चीज़ां बाजार दे विच भेज के की करेगा, ता क्योंकि मंग घट है वो की करेगा, पूर्ति भी घट करेगा, यानी कुल मंग ते कुल पूर्ति जेडे ने वो पूर्ण रोजगार ते तां पहुंचेंगे नहीं, वो पहले ही एक दूजे दे बराबर हो जाएंगे। ताई केन्स कहंदा है भी वो कहता है कि संतुलन का मतलब की है, आप हुने के ऊपर विधि भी लिखी, विधि है कुल मांग बराबर कुल पूर्ति विधि। वो कहते हैं कि आप संतुलन वास्ते कुल मांग नू कुल पूर्ति दे बराबर कराना है। एक किथे लिखे है भी उन्होंने हमेशा पूर्ण रोजगार ते ही बराबर कराना है, अपने हाथ च थोड़ी है भी जिथे भी कुल मांग ते कुल पूर्ति बराबर होंगे उथे की हो जाएगा, संतुलन आ जाएगा। हुण ओ पूर्ण रोजगार तो पहला भी हो सकता है जिन्हें आपा बनाया। जे अपनी मांग सपोज करो अपनी मांग वाकई 60 लाख दी हुंदी तां की हुंदा, ये पूर्ण रोजगार ते बराबर हो जांदे। कई बार की होएगा सरकार निवेश बढ़ाती रहेगी की होएगा पूर्ण रोजगार भी क्रॉस हो जाएगा, ता उदों की होएगा वो कहंदे ये तां पूर्ण रोजगार तो बाद भी हो सकता है, जिन्हों नाम दिता गया अति पूर्ण रोजगार। यानी केन्स जिहड़ा है वो परंपरावादियों की तरह सिर्फ एक बिंदु की गल नहीं करता, वो ये नहीं कहता कि संतुलन हमेशा पूर्ण रोजगार ते आएगा, बल्कि केन्स जिहड़ा है वो शिफ्टिंग इक्विलिब्रियम की गल करता है। शिफ्टिंग इक्विलिब्रियम, शिफ्टिंग की होया जेड़ा शिफ्ट हो रहा है जेड़ा बदल रहा है, इक्विलिब्रियम मतलब संतुलन। वो कहते हैं संतुलन हमेशा बदलता रहता है, कदे ये पूर्ण रोजगार तो पहला आ जाता है, कदे पूर्ण रोजगार ते आ जाता है, कदे पूर्ण रोजगार तो बाहर भी निकल जाता है, कहते कुछ मर्जी हो सकता है। कहता वो इस गल ते निर्भर करता है भी तुहाडी अर्थव्यवस्था दे विच वस्तुआं दी मांग जिहड़ी है वो कितनी है।
क्योंकि जिन्नी मंग होएगी उस हिसाब से डिसाइड होएगा भी जेड़ा ਤੁਹਾਡਾ संतुलन है वो किथे आना है। इस करके केन्स कहते हैं ਉਹ ਕਹਿੰਦੇ ਆ ਵੀ ਜੇਕਰ ਅਰਥ ਵਿਵਸਥਾ ਦੇ ਵਿੱਚ ਪੂਰਨ ਰੁਜ਼ਗਾਰ ਲਿਆਣਾ ਹੈ ਕੀ ਕਰੋ ਮੰਗ ਨੂੰ ਵਧਾਓ। ਆਪਣੀ ਅਰਥ ਵਿਵਸਥਾ ਦੇ ਵਿੱਚ ਮੰਗ ਨੂੰ ਵਧਾਉਣ ਨਾਲ ਕੀ ਹੋਏਗਾ ਜੇ ਮੰਗ ਵਧੇਗੀ ਤਾਂ ਉਤਪਾਦਕ ਜਿਹੜੇ ਨੇ ਉਹ ਜ਼ਿਆਦਾ ਉਤਪਾਦਨ ਕਰਨ ਵਾਸਤੇ ਮੋਟੀਵੇਟ ਹੋਣਗੇ, ਉਹ ਜ਼ਿਆਦਾ ਉਤਪਾਦਨ ਕਰਨਗੇ। ਜ਼ਿਆਦਾ ਉਤਪਾਦਨ ਕਰਨ ਵਾਸਤੇ ਉਹ ਜ਼ਿਆਦਾ ਲੋਕਾਂ ਨੂੰ ਕੰਮ ਦੇਣਗੇ, ਰੁਜ਼ਗਾਰ ਦਾ ਪੱਧਰ ਵਧੇਗਾ, ਆਮਦਨ ਵਧੇਗੀ, ਪੂਰਤੀ ਵਧੇਗੀ, उत्पादन बढ़ेगा। अपने आप एक न एक दिन ਤੁਹਾਡੇ ਕੋਲ ਪੂਰਨ ਰੋਜ਼ਗਾਰ ਆ ਜਾਏਗਾ। ਇਹ ਨਹੀਂ ਹੈਗਾ ਵੀ ਸ਼ੁਰੂ ਤੋਂ ਹੀ ਪੂਰਨ ਰੋਜ਼ਗਾਰ ਹੈਗਾ ਜਿਵੇਂ ਕਿ ਪਰੰਪਰਾਵਾਦੀ ਅਰਥਸ਼ਾਸਤਰੀ ਜਿਹੜੇ ਨੇ ਉਹ ਮੰਨ ਕੇ ਚੱਲਦੇ ਸੀ। ਤਾਂ ਕੇਨਸ ਕਹਿੰਦੇ ਆ ਸੰਤੁਲਨ ਬਦਲਦਾ ਰਹਿੰਦਾ ਹੈ, ਪਰ ਅਗਰ ਆਪਾਂ ਸਭ ਤੋਂ ਜ਼ਿਆਦਾ ਰੀਅਲਿਸਟਿਕ ਸਿਚੁਏਸ਼ਨ ਦੇਖੀਏ, ਵਾਸਤਵਿਕ ਸਥਿਤੀ ਦੇਖੀਏ, ਆਮ ਸਥਿਤੀ ਦੇਖੀਏ, ਉਹ ਕਹਿੰਦੇ ਆਮ ਤੌਰ ਤੇ ਅਰਥ ਵਿਵਸਥਾਵਾਂ ਦੇ ਵਿੱਚ ਕੀ ਹੁੰਦਾ ਹੈ ਅਪੂਰਨ ਰੋਜ਼ਗਾਰ ਸੰਤੁਲਨ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਮਤਲਬ ਕੁੱਲ ਮੰਗ ਕੁੱਲ ਪੂਰਤੀ ਬਰਾਬਰ ਹੋ ਜਾਂਦੇ ਨੇ, ਪਰ ਉਸ ਬਰਾਬਰ ਹੋਣ ਤੇ ਵੀ ਅਰਥ ਵਿਵਸਥਾ ਦੇ ਵਿੱਚ ਪੂਰਨ ਰੋਜ਼ਗਾਰ ਨਹੀਂ ਹੁੰਦਾ, ਬਲਕਿ ਕੁਝ ਨਾ ਕੁਝ ਬੇਰੋਜ਼ਗਾਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ਇਹ ਬੇਰੋਜ਼ਗਾਰੀ ਕਿਹੜੀ ਹੋਏਗੀ? ਇਹ ਹੋਏਗੀ ਅਣਇੱਛਕ ਬੇਰੋਜ਼ਗਾਰੀ। ਮਤਲਬ ਇਹ ਉਹ ਲੋਕ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਹੈ, ਵਰਤਮਾਨ ਮਜ਼ਦੂਰੀ ਦਰ ਤੇ ਕੰਮ ਕਰਨਾ ਚਾਹੁੰਦੇ ਹੈ, ਕੰਮ ਨੂੰ ਕਰਨ ਦੇ ਕਾਬਿਲ ਨੇ, ਪਰ ਕੰਮ ਨਹੀਂ ਮਿਲਦਾ ਪਿਆ। ਕਿਉਂ ਨਹੀਂ ਮਿਲਦਾ ਪਿਆ? ਕਿਉਂਕਿ ਅਰਥ ਵਿਵਸਥਾ ਦੇ ਵਿੱਚ ਉਹਨਾਂ ਨੂੰ ਕੰਮ ਇਸ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਅਰਥ ਵਿਵਸਥਾ ਦੇ ਵਿੱਚ ਮੰਗ ਹੀ ਨਹੀਂ ਹੈਗੀ। ਤਾਂ ਉਤਪਾਦਕ ਜਿਹੜੇ ਨੇ ਉਹ ਕਹਿੰਦੇ ਨੇ ਦੇਖੋ ਜੀ ਮੰਗ ਹੈ ਨਹੀਂ, ਅਸੀਂ ਮੰਗ ਹੀ ਨਹੀਂ ਹੈਗੀ ਤਾਂ ਅਸੀਂ ਉਤਪਾਦਨ ਕਿਉਂ ਕਰੀਏ, ਅਸੀਂ ਤੁਹਾਨੂੰ ਕੰਮ ਕਿਉਂ ਦੇਈਏ। ਤਾਂ ਹੀ ਅਰਥ ਵਿਵਸਥਾ ਦੇ ਵਿੱਚ ਬੇਰੋਜ਼ਗਾਰੀ ਪਾਈ ਜਾਂਦੀ ਹੈ। ਜੇ ਆਪਾਂ ਚਾਹੁੰਦੇ ਆ ਅਰਥ ਵਿਵਸਥਾ ਜਿੰਨਾ ਉਤਪਾਦਨ ਆਪਾਂ ਕਰ ਸਕਦੇ ਆ ਉਹਨਾਂ ਉਤਪਾਦਨ ਕਰੀਏ, ਸਾਰੇ ਦੇ ਸਾਰੇ ਲੋਕਾਂ ਨੂੰ ਰੋਜ਼ਗਾਰ ਦਈਏ, ਕੀ ਕਰਨਾ ਪਏਗਾ? ਇੱਕੋ ਹੀ ਤਰੀਕਾ ਹੈ, ਕੁੱਲ ਮੰਗ ਨੂੰ ਜਿਹੜਾ ਹੈ ਉਹ ਵਧਾਇਆ ਜਾਵੇ। ਉਹਦੇ ਤੋਂ ਬਿਨਾ ਅਰਥ ਵਿਵਸਥਾ ਦੇ ਵਿੱਚ ਪੂਰਨ ਰੋਜ਼ਗਾਰ ਸੰਤੁਲਨ ਨਹੀਂ ਆ ਸਕਦਾ। ਇਹ ਕੋਈ ਪਰੰਪਰਾਵਾਦੀ ਨਹੀਂ ਹੈਗੇ ਜਿਹੜੇ ਪਹਿਲਾਂ ਹੀ ਮੰਨ ਕੇ ਚੱਲਦੇ ਪਏ ਨੇ ਕਿ ਲੋ ਜੀ ਪਹਿਲਾਂ ਤੋਂ ਹੀ ਪੂਰਨ ਰੋਜ਼ਗਾਰ ਤਾਂ ਆਇਆ ਹੋਇਆ ਹੈ, ਉਹਦੀ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਕੇਨਸ ਕਹਿੰਦੇ ਕਦੇ ਵੀ ਐਵੇਂ ਨਹੀਂ ਹੁੰਦਾ। एसी कुल मांग कुल पूर्ति विधि के मुताबिक केन्स दा संतुलन पद्धर दा निर्धारण। ਹੁਣ ਆਪਾਂ ਅਗਲੇ ਲੈਕਚਰ ਚ ਇਹਦੀ ਅਗਲੀ ਵਿਧੀ ਕਰਾਂਗੇ ਜਿਹੜੀ ਕੀ ਹੈ ਬਚਤ ਤੇ ਨਿਵੇਸ਼ ਵਿਧੀ। ਉਹਦੇ ਚ ਆਪਾਂ ਕੀ ਕਰਾਂਗੇ ਫਿਰ ਤੋਂ ਇਹੀ ਟੇਬਲ ਜਿਹੜਾ ਹੈ ਉਹ ਬਣਾਵਾਂਗੇ। ਇਸੇ ਟੇਬਲ ਤੋਂ ਆਪਾਂ ਦੂਜੀ ਵਿਧੀ ਜਿਹੜੀ ਹੈ ਉਹ ਵੀ ਸੋਲਵ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਨਵੇਂ ਟੇਬਲ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਪੁਰਾਣੇ ਟੇਬਲ ਤੋਂ ਹੀ ਆਪਾਂ ਜਿਹੜਾ ਹੈ ਉਹ ਸਾਰਾ ਐਨਾਲਿਸਿਸ ਕਰ ਲਵਾਂਗੇ। ਤਾਂ ਇੱਕ ਚੀਜ਼ ਹੋਰ ਨੋਟ ਕਰਾਂਗੇ ਵੀ ਜੇਕਰ ਇੱਥੇ ਸੰਤੁਲਨ 40-40 ਤੇ ਆਇਆ ਤਾਂ ਉੱਥੇ ਉਸ ਵਿਧੀ ਨਾਲ ਵੀ ਸੰਤੁਲਨ ਐਸੇ ਬਿੰਦੂ ਤੇ ਹੀ ਆਏਗਾ। ਮੈਂ ਆਪਣੇ ਪਿਛਲੇ ਲੈਕਚਰ 'ਚ ਵੀ ਗੱਲ ਕੀਤੀ ਸੀ ਵੀ ਵਿਧੀ ਜਿਹੜੀ ਮਰਜ਼ੀ ਲਗਾ ਲਓ ਸੰਤੁਲਨ ਉੱਥੇ ਹੀ ਆਣਾ ਹੈ, ਚਾਹੇ ਕੁੱਲ ਮੰਗ ਕੁੱਲ ਪੂਰਤੀ ਵਿਧੀ ਲਗਾ ਲਓ, ਚਾਹੇ ਤੁਸੀਂ ਬਚਤ ਤੇ ਨਿਵੇਸ਼ ਵਿਧੀ ਲਗਾ ਲਓ, ਕੋਈ ਫਰਕ ਨਹੀਂ ਪੈਣਾ। ਸਵੇਰੇ ਆਪਾਂ ਇਸ ਚੀਜ਼ ਨੂੰ ਆਪਣੇ ਅਗਲੇ ਲੈਕਚਰ ਦੇ ਵਿੱਚ ਇਹਨੂੰ ਆਪਾਂ ਪ੍ਰੂਵ ਵੀ ਕਰਾਂਗੇ। ਤਾਂ ਉਮੀਦ ਹੈ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇਗਾ, ਪਸੰਦ ਆਇਆ ਹੋਵੇਗਾ। ਤਾਂ ਮਿਲਦੇ ਹਾਂ ਹੁਣ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ ਵੈਰੀ ਮਚ।